ਸ਼ਰੇਆਮ ਜਿਹੜੀਆਂ ਵਿਕਦੀਆਂ ਚੀਜ਼ਾਂ ਨੇ ਇਸ ਦੇ ਉੱਤੇ ਕਾਨੂੰਨ ਕੁਝ ਵੀ ਨਹੀਂ ਕਹਿੰਦਾ ਕਿ ਇਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ। ਇਤਨਾ ਦੁੱਧ ਹਿੰਦੁਸਤਾਨ ਵਿੱਚ ਪੈਦਾ ਨਹੀਂ ਹੁੰਦਾ ਜਿੰਨਾ ਸਪਲਾਈ ਹੋ ਰਿਹਾ ਹੈ ਕਿ ਜੇ ਨਾਟ ਫॉर ਸੇਲ ਲਿਖਿਆ ਹੋਵੇ ਤੇ ਤੁਸੀਂ ਉਹਦੇ ਖਿਲਾਫ ਐਕਸ਼ਨ ਨਹੀਂ ਲੈ ਸਕਦੇ। ਰਸਗੁੱਲੇ ਬਣ ਰਹੇ ਆ, ਟਨਾਂ ਦੇ ਹਿਸਾਬ ਨਾਲ ਬਣ ਰਹੇ ਆ, ਉਹ ਇੰਨੀ ਚੀਨੀ ਕਿੱਥੋਂ ਆਊਗੀ? ਉਹ ਸਰ ਉਹਦੀ ਚੀਨੀ ਹੁੰਦੀ ਨਹੀਂ ਕਿ ਤੁਹਾਡੇ ਸਾਹਮਣੇ ਮਿਲਾਵਟ ਹੋ ਰਹੀ ਹੈ, ਤੁਸੀਂ ਕੁਝ ਨਹੀਂ ਕਰ ਸਕਦੇ। 420 ਦੇ ਸੈਂਪਲ ਲੈ ਨਹੀਂ ਸਕਦੇ, ਜੇ ਲੈ ਲਊਗਾ ਤੇ ਕਰੂਗਾ ਕੀ? ਭੇਜੂ ਕਿੱਥੇ? ਉਹ ਕਰੋੜਾਂ ਦੀ ਮਿਠਾਈਆਂ ਵੇਚ ਦਿੱਤੀਆਂ ਤੇ 6 ਮਹੀਨੇ ਸਜ਼ਾ। ਜੇ ਪਹਿਲੀ ਵਾਰੀ ਹੋਇਆ ਤਾਂ ਉੱਥੇ ਵੀ ਪ੍ਰੋਬੇਸ਼ਨ ਹੋ ਜਾਂਦਾ। ਕੀ ਲੱਗਦਾ ਕਿ ਕਾਨੂੰਨ ਦੇ ਵਿੱਚ ਬਹੁਤ ਭਾਰੀ ਕਮੀ ਹੈ? ਇਹ ਨੋਕਸੀਅਸ ਫੂਡ ਵੇਚਿਆ ਜਾ ਰਿਹਾ ਤੇ ਕੀ ਕਰ ਦੋਗੇ ਜੀ? ਥਾਣੇ ਜਾਓਗੇ? ਜਾਓ, FIR ਵੀ ਦਰਜ ਨਹੀਂ ਹੁੰਦੀ। ਨਹੀਂ ਸਰ, ਕੀ ਬਾਤ ਹੈ। ਉਹ ਆਹ ਤੇਲਾ ਆਪਣੇ ਨਹੀਂ ਤੇ ਜਿਹਨੂੰ ਸੀਜ਼ਨ ਤੇ ਲਾ ਬਣਾ ਦੋਗੇ ਯਾਰ। ਸਤਿ ਸ਼੍ਰੀ ਅਕਾਲ ਜੀ। ਹਕੀਕਤ TV ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕੁਲਵੰਤ ਸਿੰਘ। ਕੁਝ ਹੀ ਦਿਨਾਂ ਵਿੱਚ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਜਾਣਾ ਹੈ। ਪਹਿਲਾਂ ਰੱਖੜੀ ਦਾ ਤਿਉਹਾਰ ਆ ਰਿਹਾ। ਤਿਉਹਾਰਾਂ ਦੇ ਸੀਜ਼ਨ ਦੇ ਵਿੱਚ ਸਭ ਤੋਂ ਪਹਿਲਾਂ ਤਿਉਹਾਰਾਂ ਦਾ ਨਾਮ ਸੁਣਦੇ ਹੀ ਦਿਮਾਗ 'ਚ ਆਉਂਦਾ ਹੈ ਸੋਹਣੇ ਸੋਹਣੇ ਕੱਪੜੇ ਪਾਈ ਲੋਕ, ਸਜੇ ਹੋਏ ਬਾਜ਼ਾਰ, ਮਠਿਆਈ ਦੀਆਂ ਦੁਕਾਨਾਂ, ਖੁਸ਼ ਜਿਹੜਾ ਤਬੀਅਤ ਜਿਹੜੇ ਉਹ ਚਿਹਰੇ ਤੇ ਕਿਤੇ ਕਿਤੇ ਬਿਮਾਰ ਲੋਕ। ਹੁਣ ਤੁਸੀਂ ਕਹੋਗੇ ਕਿ ਤਿਉਹਾਰਾਂ ਦੇ ਮੌਕੇ ਦੇ ਵਿੱਚ ਖੁਸ਼ੀ ਦੀਆਂ ਗੱਲਾਂ ਕਰਕੇ ਮੈਂ ਬਿਮਾਰਾਂ ਦੀ ਗੱਲ ਕਿਉਂ ਕਰ ਰਿਹਾ? ਇਸ ਦਾ ਸਭ ਤੋਂ ਵੱਡਾ ਕਾਰਨ ਹੈ ਕਿ ਬਿਮਾਰ ਲੋਕ ਜਿਹੜੇ ਨੇ ਉਹ ਤਿਉਹਾਰਾਂ ਦੇ ਸੀਜ਼ਨ 'ਤੇ ਥੋੜ੍ਹੇ ਜਿਹੇ ਜ਼ਿਆਦਾ ਹੋਣੇ ਸ਼ੁਰੂ ਹੋ ਜਾਂਦੇ ਨੇ। ਇਸ ਦਾ ਕਾਰਨ ਹੈ ਮਿਲਾਵਟ ਵਾਲੀਆਂ ਚੀਜ਼ਾਂ ਜਿਹੜੀਆਂ ਕਿ ਅਸੀਂ ਖਾਂਦੇ ਹਾਂ। ਮਜਬੂਰੀ ਹੋ ਜਾਂਦੀ ਹੈ, ਤਿਉਹਾਰਾਂ ਦਾ ਮੌਸਮ ਹੁੰਦਾ, ਇਸ ਦੇ ਵਿੱਚ ਲੋਕ ਗਿਫਟ ਦੇ ਜਾਂਦੇ ਨੇ, ਸਾਨੂੰ ਵੀ ਗਿਫਟ ਦੇਣੇ ਪੈਂਦੇ ਨੇ, ਘਰਾਂ 'ਚ ਜਾਣਾ ਪੈਂਦਾ ਕਿਸੇ ਲੋਕਾਂ ਦੇ ਘਰਾਂ ਦੇ ਵਿੱਚ, ਆਪਣੇ ਸਗੇ ਸੰਬੰਧੀਆਂ ਦੇ, ਦੋਸਤਾਂ ਮਿੱਤਰਾਂ ਦੇ। ਉੱਥੇ ਸਾਨੂੰ ਬੜਾ ਕੁਛ ਇਹੋ ਜਿਹਾ ਮਿਲਦਾ ਜਿਸ ਨੂੰ ਅਸੀਂ ਇਨਕਾਰ ਨਹੀਂ ਕਰ ਪਾਉਂਦੇ ਅਤੇ ਅਸੀਂ ਅਜਿਹਾ ਖਾ ਜਾਂਦੇ ਹਾਂ ਜਿਹੜਾ ਕਿ ਮਿਲਾਵਟ 'ਚ ਹੀ ਹੁੰਦੀਆਂ ਚੀਜ਼ਾਂ, ਅਤੇ ਉਹਦੇ ਨਾਲ ਸਾਡੀ ਸਿਹਤ ਖਰਾਬ ਹੋ ਜਾਂਦੀ ਹੈ। ਕੀ ਸ਼ਰੇਆਮ ਜਿਹੜੀਆਂ ਵਿਕਦੀਆਂ ਚੀਜ਼ਾਂ ਨੇ ਇਸ ਦੇ ਉੱਤੇ ਕਾਨੂੰਨ ਕੁਝ ਵੀ ਨਹੀਂ ਕਹਿੰਦਾ ਕਿ ਇਹਨਾਂ ਨੂੰ ਰੋਕਿਆ ਨਹੀਂ ਜਾ ਸਕਦਾ? ਸ਼ਰੇਆਮ ਜਿਹੜੀ ਇਹ ਨਸਲਕੁਸ਼ੀ, ਜਿਹੜੇ ਕਾਨੂੰਨ ਦੇ ਜਾਣਕਾਰ ਨੇ ਉਹ ਲੋਕ ਇਸ ਨੂੰ ਨਸਲਕੁਸ਼ੀ ਕਹਿ ਰਹੇ ਨੇ ਕਿ ਇਹ ਨਸਲਕੁਸ਼ੀ ਹੋ ਰਹੀ ਹੈ, ਪਰ ਇਸ ਦੇ ਬਾਵਜੂਦ ਵੀ ਨਾ ਤਾਂ ਸਰਕਾਰਾਂ ਵੱਲੋਂ ਅਜੇ ਤੱਕ ਜਿਹੜਾ ਇਸ ਦੇ ਉੱਤੇ ਕੁਝ ਕਾਨੂੰਨ ਸਖਤ ਕੀਤਾ ਗਿਆ ਅਤੇ ਨਾ ਹੀ ਜਿਹੜਾ ਉਹ ਇਸ ਨੂੰ ਲੈ ਕੇ ਹਾਲੇ ਤੱਕ ਕੋਈ ਵੀ ਆਵਾਜ਼, ਅਜਿਹੀ ਇੱਕ ਅੰਦੋਲਨ ਜਿਹੜਾ ਉਹ ਛੇੜਿਆ ਗਿਆ ਤਾਂ ਕਿ ਇਹ ਲੋਕਾਂ ਦੀ ਸਿਹਤ ਨੂੰ ਬਚਾਇਆ ਜਾ ਸਕੇ। ਭਾਵੇਂ ਕਿ ਇਸ ਨੂੰ ਲੈ ਕੇ ਪ੍ਰੀਵੈਂਸ਼ਨ ਆਫ ਫੂਡ ਅਡਲਟਰੇਸ਼ਨ ਐਕਟ 1954 ਬਣਾਇਆ ਗਿਆ, ਲੇਕਿਨ ਉਸ ਦੇ ਵਿੱਚ ਜਿਹੜੀਆਂ ਅੰਦਰ ਵਿਵਸਥਾਵਾਂ ਨੇ, ਸਜ਼ਾ ਦੀਆਂ ਵਿਵਸਥਾਵਾਂ ਨੇ, ਉਹ ਇਸ ਤਰ੍ਹਾਂ ਦੀਆਂ ਕੀਤੀਆਂ ਗਈਆਂ ਨੇ ਕਿ ਉਸ ਦੇ ਵਿੱਚੋਂ ਸਾਫ਼ ਜਿਹੜੇ ਨੇ ਉਹ ਗੁਨਾਹਗਾਰ ਸਾਫ਼ ਬਚ ਕੇ ਨਿਕਲ ਜਾਂਦੇ ਨੇ, ਜਾਂ ਫਿਰ ਉਹਨਾਂ ਨੂੰ ਸਜ਼ਾਵਾਂ ਹੁੰਦੀਆਂ ਹੀ ਨਹੀਂ ਅਤੇ ਲੰਮੇ ਸਮੇਂ ਦੇ ਤੱਕ ਜਿਹੜਾ ਉਹ ਲਟਕ ਕੇ ਕੇਸ ਜਿਹੜੇ ਨੇ ਉਹ ਵਿੱਚ ਹੀ ਰੁਲ ਜਾਂਦੇ ਨੇ। ਇਹ ਕਿਉਂ ਹੋ ਰਿਹਾ? ਕਿ ਇਸ ਦੇ ਵਿੱਚ ਸਿਸਟਮ ਦੀ ਕਮੀ ਹੈ ਕਿ ਜਾਂ ਫਿਰ ਕਾਨੂੰਨ ਨੂੰ ਲੈ ਕੇ ਜਿਹੜਾ ਕੋਈ ਇਸ ਤਰ੍ਹਾਂ ਦਾ ਸਿਸਟਮ ਹੀ ਨਹੀਂ ਬਣਿਆ ਕਿ ਜਿਹੜਾ ਹਾਲੇ ਤੱਕ ਕਾਨੂੰਨ ਜਿਹੜਾ ਉਹਦੇ ਸਖਤ ਕਰਕੇ ਕਿਸੇ ਨੂੰ ਸਜ਼ਾ ਦਿੱਤੀ ਜਾਵੇ? ਇਹ ਤੇ ਕੁਝ ਹੋਰ ਗੱਲਾਂ ਨੂੰ ਜਾਣਕਾਰੀ ਲੈਣ ਲਈ, ਚਾਨਣਾ ਪਾਉਣ ਲਈ, ਦਰਸ਼ਕਾਂ ਤੱਕ ਇਹ ਚੀਜ਼ਾਂ ਨੂੰ ਜਾਣਕਾਰੀ ਪਹੁੰਚਾਉਣ ਲਈ ਅਸੀਂ ਆਏ ਹਾਂ ਅੱਜ ਉੱਘੇ ਵਕੀਲ HV ਰਾਏ ਸਾਹਿਬ ਕੋਲ, ਜਿਨ੍ਹਾਂ ਦੇ ਕੋਲ ਇਹ ਇੱਕ 50 ਸਾਲ ਤੋਂ ਵੱਧ ਦਾ ਜਿਹੜਾ ਵਕਾਲਤ ਦਾ ਤਜਰਬਾ ਹੈ। ਕਾਨੂੰਨ ਦੇ ਜਾਣਕਾਰ ਨੇ, ਬੜੇ ਅੱਛੇ ਜਾਣਕਾਰ ਨੇ। ਉਹਨਾਂ ਤੋਂ ਜਾਣਕਾਰੀ ਦੀ ਲੈਣ ਦੀ ਕੋਸ਼ਿਸ਼ ਕਰਾਂਗੇ, ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਆਖਰ ਫੂਡ ਅਡਲਟਰੇਸ਼ਨ ਐਕਟ 1954 ਦੇ ਅੰਦਰ ਕੀ ਜਿਹੜੇ ਪ੍ਰਾਵਧਾਨ, ਕੀ ਉਹਦੇ 'ਚ ਵਿਵਸਥਾ, ਉਹਦੇ ਅੰਦਰ ਜਿਹੜੇ ਨੇ ਕੀ ਹੈਗੀਆਂ ਨੇ ਜਿਹਦੇ ਨਾਲ ਅਸੀਂ ਇੱਕ ਆਪਣੇ ਆਪ ਨੂੰ ਸੇਫ ਸਮਝਦੇ ਹਾਂ, ਬਟ ਅਸਲ ਦੇ ਵਿੱਚ ਉਹ ਨਿਕਲਦਾ ਕੁਛ ਹੋਰ ਹੈ। ਆਓ ਜਾਣਨ ਦੀ ਕੋਸ਼ਿਸ਼ ਕਰਦੇ ਹਾਂ। ਰਾਏ ਸਾਹਿਬ, ਤੁਹਾਡਾ ਹਕੀਕਤ TV ਪੰਜਾਬੀ 'ਤੇ ਬਹੁਤ ਬਹੁਤ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਰਾਏ ਸਾਹਿਬ, ਤਿਉਹਾਰਾਂ ਦਾ ਸੀਜ਼ਨ ਆ ਰਿਹਾ, ਜਿਸ ਤਰ੍ਹਾਂ ਮੈਂ ਪਹਿਲਾਂ ਗੱਲ ਕੀਤੀ ਹੈ ਕਿ ਤਿਉਹਾਰਾਂ ਦਾ ਸੀਜ਼ਨ ਆ ਰਿਹਾ ਅਤੇ ਇਹਨਾਂ ਤਿਉਹਾਰਾਂ ਦੇ ਵਿੱਚ ਇੱਕ ਵਾਰ ਫਿਰ ਜਿਹੜਾ ਮਨਾਂ ਦੇ ਅੰਦਰ ਡਰ ਪੈਦਾ ਹੋ ਗਿਆ ਕਿ ਫਿਰ ਬਿਮਾਰ ਹੋਵਾਂਗੇ, ਫਿਰ ਕੁਛ ਨਾ ਕੁਛ ਇਹੋ ਜਿਹਾ ਆਪਾਂ ਖਾਵਾਂਗੇ ਜਿਹਦੇ ਨਾਲ ਜਿਹੜਾ ਉਹ ਸਾਡੀ ਸਿਹਤ ਖਰਾਬ ਹੋਏਗੀ। ਭਾਵੇਂ ਕਿ ਜਿਹੜੇ ਜਾਣਕਾਰ ਲੋਕ ਨੇ, ਜਿਹੜੇ ਇਹ ਸੋਚਦੇ ਨੇ ਕਿ ਆਪਾਂ ਸਿਹਤ ਦੇ ਪ੍ਰਤੀ ਜਿਹੜੇ ਜਾਗਰੂਕ ਨੇ, ਉਹ ਇਹ ਕਹਿੰਦੇ ਨੇ ਵੀ ਆਪਾਂ ਚੀਜ਼ਾਂ ਖਾਓ ਹੀ ਨਾ, ਲੇਕਿਨ ਜਿਹੜੀਆਂ ਫਿਰ ਵੀ ਹਰ ਕਿਸੇ ਨੂੰ ਨਹੀਂ ਰੋਕਿਆ ਜਾ ਸਕਦਾ। ਫੂਡ ਅਡਲਟਰੇਸ਼ਨ ਐਕਟ ਜਿਹੜਾ ਇਹਦੇ ਤਹਿਤ ਬਣਿਆ ਹੋਇਆ, ਉਹ ਕੀ ਕਹਿੰਦਾ? ਕੀ ਉਹਦੇ ਅੰਦਰ ਵਿਵਸਥਾਵਾਂ ਨੇ? ਕੀ ਉਹ ਇੰਨਾ ਕਮਜ਼ੋਰ ਹੈ ਕਿ ਹਾਲੇ ਤੱਕ ਕਿਸੇ ਨੂੰ, ਮਤਲਬ ਇਸ ਤਰ੍ਹਾਂ ਇਹਨਾਂ ਦੇ ਮਾਮਲਿਆਂ ਦੇ ਵਿੱਚ ਇਸ ਨੂੰ ਰੋਕਿਆ ਹੀ ਨਹੀਂ ਜਾ ਪਾ ਰਿਹਾ ਇਹ ਚੀਜ਼ਾਂ ਨੂੰ? ਤੁਹਾਡਾ ਬਹੁਤ ਖੂਬਸੂਰਤ ਸਵਾਲ ਹੈ ਸਰ, ਰੀਅਲੀ। ਅਸਲ ਦੇ ਵਿੱਚ ਗੱਲ ਇਹ ਹੈ ਜੀ ਕਿ ਜਿਹੜਾ ਤੁਹਾਨੂੰ ਡਰ ਹੈ, ਤੁਸੀਂ ਮਹਿਸੂਸ ਕਰ ਰਹੇ ਜਾਂ ਲੋਕ ਕਿ ਇਹ ਤਿਉਹਾਰਾਂ ਦੇ ਦਿਨਾਂ 'ਚ ਲੋਕ ਬਿਮਾਰ ਹੋਣਗੇ, ਇਸ ਤਰ੍ਹਾਂ ਉਸ ਤਰ੍ਹਾਂ ਬਿਮਾਰ ਤਿਉਹਾਰਾਂ 'ਚ ਹੀ ਹੋਣ ਦਾ ਕਾਰਨ ਇਹ ਹੈ ਕਿ ਇੱਕ ਤਾਂ ਉਹਦੀ ਜੋ ਫੂਡ ਸਟੱਫ ਹੈ, ਜੋ ਵੀ ਚੀਜ਼ ਉਹ ਸਪਲਾਈ ਜ਼ਿਆਦਾ ਹੈ, ਲੋਕ ਜ਼ਿਆਦਾ ਖਾਂਦੇ ਹੈ। ਕੋਈ ਗਿਫਟ ਦੀ ਸ਼ਕਲ 'ਤੇ ਜਾਂਦਾ ਹੈ, ਕੋਈ ਕਿਸ ਤਰ੍ਹਾਂ ਵੀ ਜਾਂਦਾ ਹੈ, ਅਤੇ ਉਹਦੇ ਵਿੱਚ ਜਦੋਂ ਮਿਲਾਵਟ ਹੁੰਦੀ ਹੈ, ਬੜੀ ਖਤਰਨਾਕ ਕਿਸਮ ਦੀ ਮਿਲਾਵਟ ਹੈ, ਬੜੇ ਟੌਕਸਿਕਸ ਵੀ ਉਹਦੇ 'ਚ ਮਿਕਸ ਕਰਦੀ ਹੈ। ਕੋਈ ਰੰਗ ਦੇਣ ਵਾਸਤੇ ਸਵੀਟਸ ਨੂੰ, ਦੁੱਧ 'ਚ ਬਹੁਤ ਜ਼ਿਆਦਾ ਮਿਲਾਵਟ ਹੈ। ਇਤਨਾ ਦੁੱਧ ਹਿੰਦੁਸਤਾਨ ਵਿੱਚ ਪੈਦਾ ਨਹੀਂ ਹੁੰਦਾ ਜਿੰਨਾ ਸਪਲਾਈ ਹੋ ਰਿਹਾ ਹੈ।
ਇੰਨੀਆਂ ਬਰਫੀਆਂ ਵੀ ਬਣ ਰਹੀਆਂ ਆ, ਪਨੀਰ ਵੀ ਬਣ ਰਹੇ ਆ, ਇਹ ਸਭ ਕੁਝ ਹੋ ਰਿਹਾ ਹੈ। ਸਾਹਮਣੇ ਟੈਂਕਰ ਜਾ ਰਿਹਾ ਆ, ਸਾਨੂੰ ਪਤਾ ਆ ਕਿ ਇਹਦੇ 'ਚ ਮਿਲਾਵਟ ਹੋ ਸਕਦੀ ਹੈ, ਲੇਕਿਨ ਕੋਈ ਵੀ ਕੰਸਰਨਡ ਅਫਸਰ ਜਾਂ ਤੁਸੀਂ ਕੁਝ ਨਹੀਂ ਕਰ ਸਕਦੇ। ਉਹਦੇ ਬਾਹਰ ਲਿਖਿਆ ਨਾਟ ਫॉर ਸੇਲ। ਸਭ ਤੋਂ ਪਹਿਲੀ ਕਮਜ਼ੋਰੀ ਕਿ ਜੇ ਨਾਟ ਫॉर ਸੇਲ ਲਿਖਿਆ ਹੋਵੇ ਤੇ ਤੁਸੀਂ ਉਹਦੇ ਖਿਲਾਫ ਐਕਸ਼ਨ ਨਹੀਂ ਲੈ ਸਕਦੇ। ਐਨੇ ਆਓ, ਮੈਂ ਦੁੱਧ ਦੀ ਗੱਲ ਤੋਂ ਵਾਪਸ ਆ ਰਿਹਾ ਕਿ ਉਹ ਟੈਂਕਰ ਜਿਹਨਾਂ ਦੇ ਬਾਹਰ ਨਾਟ ਫॉर ਸੇਲ ਲਿਖਿਆ ਹੈ ਤੇ ਉਹ ਅੱਛੀ ਮਿਲਕ ਫੈਕਟਰੀਜ਼ ਨੂੰ ਸਪਲਾਈ ਹੋ ਰਿਹਾ, ਬਹੁਤ ਹੀ ਅੱਛੀ ਗੱਲ ਹੈ। ਉਹਦੇ 'ਚ ਵਾਕਈ ਵਿੱਚ ਕੋਈ ਮਿਲਾਵਟ ਨਹੀਂ ਹੁੰਦੀ, ਲੇਕਿਨ ਉਹ ਸੇਲ ਨਹੀਂ ਕਰਦੇ। ਹਾਂ, ਔਰ ਦੁੱਧ ਨੂੰ ਸੰਭਾਲਣ ਦੇ ਵਾਸਤੇ ਉਹਦੀ ਕਾਸਟਿਕ ਸੋਡਾ ਜ਼ਰੂਰ ਮਿਲਾਇਆ ਜਾਂਦਾ ਹੈ, ਯਾਨੀ ਕਿ 9000 ਲੀਟਰ ਆ ਰਿਹਾ, 15000 20000 ਦਾ ਟੈਂਕਰ ਆ ਰਿਹਾ, ਕਾਸਟਿਕ ਸੋਡੇ ਇਸ ਮਿਲਾਉਂਦੇ ਹੈ। ਯਾਨੀ ਕਿ ਜਿਹਨੂੰ ਆਪਾਂ ਪ੍ਰੀਜ਼ਰਵੇਟਿਵਸ ਕਹਿੰਦੇ ਨੇ। ਹਾਂਜੀ, ਕਿ ਦੁੱਧ ਪਾਟੇ ਨਾ, ਤੇ ਉਹ ਬਿਲਕੁਲ ਵੀ ਨੁਕਸਾਨ ਨਹੀਂ ਕਰਦਾ। ਤੇ ਉਹਨੂੰ ਜਦੋਂ ਮਿਲਕ ਫੈਕਟਰੀ ਦੇ ਅੰਦਰ ਲੈ ਜਾਂਦੇ ਆ ਤੇ ਉਸ ਨੂੰ ਸਟੀਮ ਦੇ ਨਾਲ ਬਹੁਤ ਗਰਮ ਕੀਤਾ ਜਾਂਦਾ ਹੈ ਤੇ ਉਹਦਾ ਕਾਸਟਿਕ ਸੋਡਾ ਇਵੈਪੋਰੇਟ ਹੋ ਜਾਂਦਾ ਹੈ। ਹੁਣ ਇਹ ਤਾਂ ਗੱਲ ਹੋਈ ਇਹਦੀ। ਦੂਸਰੀ ਗੱਲਾਂ ਤੇ ਆਓ ਕਿ ਰਸਗੁੱਲੇ ਬਣ ਰਹੇ ਆ, ਟਨਾਂ ਦੇ ਹਿਸਾਬ ਨਾਲ ਬਣ ਰਹੇ ਆ, ਉਹ ਇੰਨੀ ਚੀਨੀ ਕਿੱਥੋਂ ਆਊਗੀ? ਉਹ ਸਰ ਉਹਦੀ ਚੀਨੀ ਹੁੰਦੀ ਨਹੀਂ, ਉਹ ਜਿਹੜਾ ਇੱਕ ਲਿਕੁਇਡ ਉਹਦੇ ਅੰਦਰ ਮਿਕਸ ਕੀਤਾ ਆ। ਮੈਂ ਐਥਿਕਸ ਦੇ ਕਾਰਨ ਤੇ ਨਹੀਂ ਦੱਸੂਗਾ ਕਿ ਉਹ ਲਿਕੁਇਡ ਕੀ ਹੁੰਦਾ ਹੈ, ਕਿੱਦਾਂ ਬਣਾਇਆ ਜਾਂਦਾ ਹੈ। ਨੋ, ਆਈ ਐਮ ਨਾਟ ਸਪੋਜ਼ ਟੂ ਟੈਲ। ਉਹ ਦੇਖਣ ਨੂੰ ਇੱਦਾਂ ਲੱਗਦਾ ਕਿ ਰਸਾ ਹੋਏਗਾ, ਤੇ ਮਿੱਠਾ ਕਰਨ ਵਾਸਤੇ ਤੇ ਸੈਕਰੀਨ ਮਿਲਾ ਦਿੰਦੇ ਆ। ਮੈਂ ਤਾਂ ਡੱਲੇ ਨਾਲ ਸੈਕਰੀਨ ਦਾ ਨਾਮ ਲੈਤਾ ਇਸ ਵਾਸਤੇ ਕਿਉਂਕਿ ਸ਼ੂਗਰ ਪੇਸ਼ੈਂਟਸ ਨੂੰ ਜਦੋਂ ਕੋਈ ਮਿੱਠੀ ਚੀਜ਼ ਖਾਣ ਨੂੰ ਜੀ ਕਰਦੀ ਹੈ ਤੇ ਨਿੱਕੀ ਜਿਹੀ ਸੈਕਰੀਨ ਦੀ ਗੋਲੀ ਹੈ, ਉਹਨੂੰ ਪਾ ਕੇ ਆਪਣੀ ਜੋ ਉਹਨੂੰ ਮਿਟਾ ਦਿੰਦੇ ਆ। ਬਟ ਰਾਏ ਸਾਹਿਬ, ਸੌਰੀ ਮੈਂ ਤੁਹਾਨੂੰ ਰੋਕਣ ਦੀ ਕੋਸ਼ਿਸ਼ ਕਰ ਰਿਹਾ ਕਿ ਇਹ ਕਾਨੂੰਨ ਦੇ ਅਨੁਸਾਰ ਤਾਂ ਸੈਕਰੀਨ ਜਿਹੜੀ ਆ ਉਹ ਬੈਨ ਹੈ। ਸਰ ਐਸੀ ਗੱਲ ਨਹੀਂ ਹੈਗੀ ਜੋ ਮੈਂ ਸੁਣਨ ਚ। ਦੇਖੀਏ, ਦੋ ਗੱਲਾਂ ਹੁੰਦੀਆਂ, ਇੱਕ ਹੁੰਦਾ ਚੀਜ਼ ਦਾ ਮਿੱਠਾ ਲੱਗਣਾ, ਇੱਕ ਹੁੰਦਾ ਆ ਮਿੱਠਾ ਖਾਇਆ। ਇੱਕ ਫੀਲਿੰਗ ਹੈ ਮਿੱਠਾ ਲੱਗਣਾ, ਉਹ ਸੈਕਰੀਨ ਦੇ ਅੰਦਰ ਨਾ ਬੈਨ ਨਹੀਂ ਹੈਗੀ ਸਰ। ਬਿਲਕੁਲ ਥੋੜੀ ਕੁਆਂਟੀਟੀ, ਇੱਕ ਗੋਲੀ ਜਾਂ 2 ਗੋਲੀ, ਉਹ ਜੋ ਸ਼ੂਗਰ ਪੇਸ਼ੈਂਟ ਹੈ ਉਸ ਨੂੰ ਯੂਜ਼ ਕਰਦਾ ਹੈ। ਲੇਕਿਨ ਹੁਣ ਇਹਨੂੰ ਤੁਸੀਂ ਮਿਠਾਈਆਂ ਦੇ ਵਿੱਚ ਉਹ ਜਿਹੜਾ ਲਿਕੁਇਡ ਬਣਾਇਆ ਉੱਥੇ ਪਾਓ, ਤੇ ਫਿਰ ਤੁਹਾਡਾ ਸਵਾਲ ਤੇ ਬਿਲਕੁਲ ਹੀ ਸਹੀ ਕਿ ਬੈਨ ਹੈਗੀ ਉਸ ਵਾਸਤੇ ਤਾਂ ਬਣੀ ਨਹੀਂ ਇਹ। ਹੁਣ ਉਹ ਰਸਗੁੱਲੇ ਆ ਤੇ ਉਹ ਜਿਹੜਾ ਖਾਊਗਾ ਅੰਜਾਮ ਤੁਹਾਡੇ ਸਾਹਮਣੇ ਹੋਊਗਾ। ਮੈਂ ਇਹ ਤਾਂ ਰਸਗੁੱਲੇ ਦੀ ਗੱਲ ਕੀਤੀ ਹੈ। ਅੱਛਾ, ਮੈਂ ਤੁਹਾਨੂੰ ਰੋਕ ਰਿਹਾ। ਸੈਕਰੀਨ ਜਿਹੜੀ ਆ ਉਹ ਬੋਡੀ ਦੇ ਅੰਦਰ ਪਹੁੰਚ ਕੇ ਕੀ ਨੁਕਸਾਨ ਪਹੁੰਚਾਉਂਦੀ ਹੈ? ਸਰ ਸੈਕਰੀਨ ਜਿਹੜੀ ਹੈ ਇਹ ਸਿੰਪਲੀ ਨਾ ਇੱਕ ਬੰਦੇ ਨੂੰ ਇੱਕ ਦੋ ਟੇਸਟ ਕਿ ਯੈਸ ਦਿਸ ਇਜ਼ ਸਵੀਟ, ਇੱਦਾਂ ਦੀ ਫੀਲਿੰਗ ਜਿਹੜੀ ਉਹ ਕ੍ਰੀਏਟ ਕਰਵਾਉਂਦੀ ਹੈ ਜੀ। ਬਾਕੀ ਜੋ ਮੈਡੀਕਲ ਦਾ ਉਹ ਜੇ ਮੈਂ ਕਹੂੰਗਾ ਤਾਂ ਸ਼ਾਇਦ ਪਬਲਿਕ ਨੂੰ ਸਮਝ ਨਹੀਂ ਆਏਗੀ, ਤੇ ਮੇਰੇ ਕੋਲ ਯੂਜ਼ਲੈਸ ਨਹੀਂ, ਕਿਉਂਕਿ ਮੈਂ ਮੈਨੂੰ ਲਾ ਦੇ ਉੱਤੇ ਗੱਲ ਕਰਨੀ ਹੈ। ਠੀਕ ਹੈ ਨਾ ਜੀ। ਇਹ ਸਰ ਇਸ ਤਰ੍ਹਾਂ ਦੀ ਬਹੁਤ ਜ਼ਿਆਦਾ ਚੀਜ਼ਾਂ ਕਿ ਇਹ ਤਾਂ ਮੈਂ ਨਿੱਕੀ ਜਿਹੀ ਗੱਲਾਂ ਕੀਤੀਆਂ, ਹਜ਼ਾਰਾਂ ਗੱਲਾਂ ਕੀਤੀਆਂ ਵੀ ਨਹੀਂ ਜਾ ਸਕਦੀਆਂ। ਸਾਰੇ ਹੀ ਜਾਣਦੇ ਹੈ ਕਿ ਤੁਹਾਡੇ ਸਾਹਮਣੇ ਮਿਲਾਵਟ ਹੋ ਰਹੀ ਹੈ, ਤੁਸੀਂ ਕੁਝ ਨਹੀਂ ਕਰ ਸਕਦੇ। ਮੈਂ ਕਾਰਨ ਕਿਸ ਨੂੰ ਪੁਲਿਸ ਨੂੰ ਦੱਸੋਗੇ? ਪੁਲਿਸ ਨੂੰ ਤਾਂ ਕੋਈ ਜੁਰਿਸਡਿਕਸ਼ਨ ਹੈ ਹੀ ਨਹੀਂ। ਅੱਛਾ, ਮਤਲਬ ਪੁਲਿਸ ਇਹਦੇ ਤੇ ਐਕਸ਼ਨ ਨਹੀਂ ਲੈ ਸਕਦੀ? ਜਿਹੜੀ ਪੁਲਿਸ ਐਕਸ਼ਨ ਲੈਂਦੀ ਹੈ ਤੇ ਦਫਾ 272 ਆਈਪੀਸੀ ਹੈ, ਕਿਹੜਾ 272 ਜਾਊਗਾ? ਉਹ ਨੌਨ ਕੋਗਨੀਜੇਬਲ ਹੈ, ਉਹਦੀ ਐਫਆਈਆਰ ਵੀ ਨਹੀਂ ਬਣਦੀ। ਯਾਨੀ ਕਿ ਮਾਫ ਕਰਨਾ, ਕਿਸੇ ਮਿਲਾਵਟਖੋਰ ਨੂੰ ਸਾਹਮਣੇ ਮਿਲਾਵਟ ਕਰ ਰਿਹਾ ਤੇ ਪੁਲਿਸ ਨੂੰ ਦੱਸਿਆ ਜਾਵੇ ਤਾਂ ਪੁਲਿਸ ਉਸ 'ਤੇ ਕੋਈ ਐਕਸ਼ਨ ਨਹੀਂ ਲੈ ਸਕਦੀ। ਪੁਲਿਸ ਕੁਛ ਨਹੀਂ ਕਰ ਸਕਦੀ ਸਰ। ਵੱਧ ਕਹੂਗਾ ਜਾਓ ਜੀ ਰਿਪੋਰਟ ਕਰਾ ਲਓ, ਡੀਡੀਆਰ ਦੀ ਕਾਪੀ ਲੈ ਜਾਓ। ਨੌਨ ਕੋਗਨੀਜੇਬਲ ਅਫੈਂਸ ਆ, ਉਹ ਕਾਪੀ ਤੁਹਾਨੂੰ ਮਿਲ ਗਈ, ਜਾਓ ਵਕੀਲ ਕਰੋ, ਕੰਪਲੇਂਟਾਂ ਫਾਈਲ ਕਰੋ ਕੋਰਟਾਂ ਦੇ ਅੰਦਰ। ਕਈ ਮਹੀਨੇ ਸਾਲਾਂ ਉੱਥੇ ਪਹਿਲੇ ਤੁਸੀਂ ਜਾਓ ਆਓ, ਫਿਰ ਬਹਿਸ ਹੋਊਗੀ, ਪਹਿਲੇ ਕੰਪਲੇਂਟ ਕੀਤੀ, ਫਿਰ ਗਵਾਹੀਆਂ ਦਿਓ ਜੀ, ਵੀ ਖਰਚੇ ਭਰੋਗੇ ਜੀ, ਫਿਰ ਪਤਾ ਨਹੀਂ ਸਮਰਿੰਗ ਹੁੰਦੀ ਹੈ ਕਿ ਨਹੀਂ ਹੁੰਦੀ। ਜੇ ਸਮਰਿੰਗ ਹੋ ਗਈ ਤਾਂ ਦੂਜੀ ਪਾਰਟੀ ਨਾਲ ਕਿ ਰਿਵੀਜ਼ਨ ਪਾ ਦੇਣੀ ਆਨਰੇਬਲ ਸੈਸ਼ਨ ਕੋਰਟ ਨੂੰ। ਅੱਛਾ, ਇੱਕ ਗੱਲ ਦੱਸੋ ਕਿ ਇਹ ਜਿਹੜੀ ਚੀਜ਼ ਹੈ, ਮੰਨ ਲਓ ਇੱਕ ਚੀਜ਼ ਆਪਾਂ ਕਿਸੇ ਚੀਜ਼ 'ਚ ਮਿਲਾਵਟ ਕਰਕੇ ਕਿਸੇ ਨੂੰ ਦੇ ਰਹੇ ਹਾਂ, ਇੱਕ ਤਾਂ ਸਿਹਤ ਦੇ ਨਾਲ ਖਿਲਵਾੜ ਹੋ ਗਈ, ਇੱਕ ਲੋਕਾਂ ਨਾਲ ਧੋਖਾ ਵੀ ਤਾਂ ਹੋ ਗਿਆ। ਅੰਡਰ ਸੈਕਸ਼ਨ 420 ਨਹੀਂ ਲੱਗਦੀ ਇਹਦੇ ਤੇ? ਨੋ ਸਰ 420 ਦੀ ਲੈਂਗੁਏਜ ਤਾਂ ਹੋਰ ਹੈ ਸਰ। ਹੂਸੋਐਵਰ dishonestly and fraudulently deceives any person to deliver anything, ਡਿਲੀਵਰ ਕਿ ਜਿਹੜੀ ਉਹ ਕਰਨਾ ਨਹੀਂ ਚਾਹੁੰਦਾ ਸੀਗਾ, ਉਹਦੀ ਇੰਟੈਂਸ਼ਨ ਉਸ ਤੋਂ ਲੈਣੀ ਹੈ, ਡਿਸੀਵ ਕਰ ਰਿਹਾ ਹੈ ਸਰ। ਉਹ 420 ਚ ਨਹੀਂ ਆਉਂਦਾ ਹੈਗਾ। ਬਟ ਉਹ ਲੋਕਾਂ ਕੋਲ ਪੈਸੇ ਕਢਾਉਣ ਦੇ ਲਈ ਉਹਨਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹੋਏ ਉਹਨਾਂ ਨੂੰ ਗਲਤ ਚੀਜ਼ ਵੇਚ ਰਿਹਾ ਹੈ। ਹਾਂ, ਤੇ ਸਰ ਫਿਰ 272 ਨਾਲ 420 ਲਗਾ ਦਿਓ। 420 ਕੋਗਨੀਜੇਬਲ ਹੈ, ਲੇਕਿਨ ਹੁੰਦਾ ਨਹੀਂ। ਆਪ ਲਾ ਨਹੀਂ ਰਿਹਾ ਕੋਈ। ਪੁਲਿਸ ਨੇ ਕਹਿਣਾ ਆਮ ਸੌਰੀ ਸਰ, ਕੰਪਲੇਂਟ ਕਰ ਦਿੰਦੇ, ਜਾਓ ਤੁਸੀਂ ਸਾਲ 1.5 ਸਾਲ ਉੱਥੇ ਜਾਓ, ਸਮਨਿੰਗ ਕਰਾ ਲਿਓ, ਦੇਖੀ ਜਾਊਗੀ ਕਿਹੜੇ ਕੋਲ ਟਾਈਮ ਹੈ ਜਿਹੜਾ ਕਿ ਇਹ ਮਠਿਆਈ ਇਹ ਵੇਚ ਰਿਹਾ ਤੇ ਕਿ ਸਾਨੂੰ ਉਹ ਕਰਦਾ ਫਿਰਦਾ। ਉਹ ਇਹ ਤਾਂ ਪੁਲਿਸ ਦਾ ਹਾਲ ਹੈ। ਨਹੀਂ, ਪਰ 420 ਜਿਹੜੀ ਹੈ ਉਹ ਪੁਲਿਸ ਵਾਲੇ ਜਾਣ ਕੇ ਨਹੀਂ ਲਗਾਉਂਦੇ ਸਰ। ਉਹ ਇਸ ਚੱਕਰ 'ਚ ਪੈਂਦੇ ਨਹੀਂ ਹੈਗੇ। ਪੁਲਿਸ ਕੀ ਕਰ ਲਊਗੀ? ਪੁਲਿਸ ਦੇ ਸੈਂਪਲ ਵੀ ਨਹੀਂ ਲੈ ਸਕਦੀ ਮਿਠਾਈ ਦਾ, ਉਹ ਵੀ ਫੂਡ ਇੰਸਪੈਕਟਰ ਲੈਂਦਾ। ਪੁਲਿਸ ਨੂੰ ਪਤਾ ਸੈਂਪਲ ਮੈਂ ਲੈ ਨਹੀਂ ਸਕਦਾ, ਕਿਤੇ ਭੇਜ ਨਹੀਂ ਸਕਦਾ। ਜੇ ਮੈਂ ਲੈ ਵੀ ਲਵਾਂ
420 ਦੇ ਵਿੱਚ ਤਾਂ ਸੈਂਪਲ ਨਹੀਂ ਲੈ ਸਕਦਾ, 272 'ਚ ਹੀ ਲਊ। ਤੇ ਸਰਦਾਰ ਜੀ ਨੇ ਜੇ 420 ਲਗਾ ਵੀ ਦਿੱਤੀ, 420 ਤੇ ਸੈਂਪਲ ਲੈ ਨਹੀਂ ਸਕਦੇ। ਜੇ ਲੈ ਲਊਗਾ ਤੇ ਕਰੂਗਾ ਕੀ, ਭੇਜੂ ਕਿੱਥੇ? ਸਰ ਇਹਦਾ ਪ੍ਰੋਸੀਜਰ ਬਣਿਆ ਹੋਇਆ, ਉਹ ਹੈਗਾ ਫੂਡ ਐਡਲਟ੍ਰੇਸ਼ਨ ਦਾ 1954, ਪ੍ਰੀਵੈਂਸ਼ਨ ਆਫ ਫੂਡ ਐਡਲਟ੍ਰੇਸ਼ਨ ਐਕਟ 1954। ਅੱਛਾ, ਹੁਣ ਆਪਾਂ ਇੱਕ ਗੱਲ ਤੇ ਆ ਗਏ ਵੀ ਫੂਡ ਅਡਲਟ੍ਰੇਸ਼ਨ ਐਕਟ ਜਿਹੜਾ, ਹੁਣ ਮੈਨੂੰ ਥੋੜਾ ਜਿਹਾ ਫੂਡ ਅਡਲਟ੍ਰੇਸ਼ਨ ਐਕਟ ਨੂੰ ਥੋੜਾ ਜਿਹਾ ਡਿਫਾਈਨ ਕਰੋਗੇ, ਸਮਝਾਓਗੇ ਪੰਜਾਬੀ ਦੇ ਵਿੱਚ? ਆਪਾਂ ਅੰਗਰੇਜ਼ੀ ਜਿਹੜੀ ਉਹ ਕੁਝ ਸ਼ਾਇਦ ਜ਼ਿਆਦਾ ਦਰਸ਼ਕਾਂ ਤੱਕ ਨਾ ਪਹੁੰਚ ਪਾਵੇ, ਕਿ ਫੂਡ ਅਡਲਟ੍ਰੇਸ਼ਨ ਐਕਟ ਦੀ ਪਰਿਭਾਸ਼ਾ ਕੀ ਹੈ, ਕਾਨੂੰਨ ਦੇ ਵਿੱਚ ਕੀ ਕਿਹਾ ਗਿਆ, ਤੇ ਜੇਕਰ ਉਸ ਦੀ ਵਾਇਲੇਸ਼ਨ ਹੁੰਦੀ ਹੈ ਤਾਂ ਉਸ ਦੇ ਵਿੱਚ ਕੀ ਸਜ਼ਾ ਹੈ? ਸਰ ਫੂਡ ਐਡਲਟ੍ਰੇਸ਼ਨ ਐਕਟ 1954 ਵਿੱਚ ਬਣਾਇਆ ਗਿਆ ਸੀਗਾ। ਇਹਦੇ ਵਿੱਚ ਜੋ ਅਫੈਂਸਿਸ ਹੈ ਕਈ ਕਿਸਮ ਦੇ ਆ। ਸੈਕਸ਼ਨ 14 ਮੇਨ ਹੈ, ਜਿਹਨੂੰ ਕੋਈ ਪਬਲਿਕ ਆਮ ਸਮਝਦੀ ਹੈ ਤੇ ਜੋ ਦੇਖ ਦੇਗਾ ਹਾਂ ਜੀ ਅਡਲਟ੍ਰੇਸ਼ਨ। ਬਾਕੀ ਜਿਹੜੇ ਅਫੈਂਸਿਸ ਹੈ, ਅਡਲਟ੍ਰੇਸ਼ਨ ਮਤਲਬ ਮਿਲਾਵਟ, ਹਾਂ ਯਾਨੀ ਕਿ ਮਿਲਾਵਟ, ਤੇ ਇਹ ਅਫੈਂਸ 14 'ਚ ਆਉਂਦਾ ਆ। ਤੇ ਇਹਦੇ 'ਚ ਜਦੋਂ ਤੁਸੀਂ ਕਿਤੇ ਹੈਲਥ ਡਿਪਾਰਟਮੈਂਟ ਨੂੰ ਜਾਂ ਕੁਛ ਮਹਿਕਮੇ ਨਾਲ ਸੰਬੰਧਿਤ ਨੂੰ ਕੰਪਲੇਂਟ ਕਰਦੇ ਆ, ਉਹ ਤੋਂ ਫੂਡ ਇੰਸਪੈਕਟਰ ਹੁੰਦਾ ਆ। ਫੂਡ ਇੰਸਪੈਕਟਰ ਦੀ ਸਿਰਫ ਇੰਨੀ ਪਾਵਰ ਹੁੰਦੀ ਹੈ ਕੋਈ ਸੈਂਪਲ ਲੈ ਲਵੇ, ਇਸ ਤੋਂ ਵੱਧ ਕੁਛ ਨਹੀਂ ਹੁੰਦੀ। 2 ਸੈਂਪਲ ਲਵੇ, ਇੱਕ ਉਹਨੇ ਕੋਰਟ ਨੂੰ ਭੇਜਣਾ ਹੈ ਤੇ ਇੱਕ ਆਪਣੇ ਕੇਸ ਦੇ ਨਾਲ ਆਪਣਾ ਐਨਾਲਿਸਿਸ ਵਾਸਤੇ ਭੇਜਣਾ, ਇੱਕ ਕੋਰਟ ਨੂੰ ਭੇਜਣਾ, ਯਾਨੀ ਕਿ 2। ਇੱਕ ਐਨਾਲਿਸਿਸ ਵਾਸਤੇ ਲੈਬ ਨੂੰ ਭੇਜੇਗਾ, ਦੂਜਾ ਕੋਰਟ ਨੂੰ ਭੇਜੇਗਾ। ਇਸ ਤੋਂ ਬਾਅਦ ਉਹਨੂੰ ਕੋਈ ਪਾਵਰ ਨਹੀਂ। ਹੁਣ ਕਈ ਵਾਰੀ ਦੇਖਿਆ ਗਿਆ ਕਿ ਉਹਨੇ ਕਿਹਾ ਓਏ ਮਿਠਾਈਆਂ ਸਭ ਡਿਸਪੋਜ਼ ਆਫ ਕਰ ਦਿਓ, ਫੈਂਕ ਦਿਓ, ਉਹਨੂੰ ਕੋਈ ਪਾਵਰ ਨਹੀਂ ਹੈਗੀ। ਇਸ ਗੱਲ 'ਤੇ ਲੜਾਈ ਝਗੜਾ ਹੋ ਸਕਦਾ ਹੈ। ਫੂਡ ਇੰਸਪੈਕਟਰ ਤੇ ਆਪਣੇ ਨਾਲ ਪੁਲਿਸ ਵੀ ਨਹੀਂ ਲੈ ਜਾ ਸਕਦਾ, ਲੈ ਜਾਊਗਾ ਜੋ ਆਪਣੀ ਕਪੈਸਿਟੀ ਲੈ ਜਾਓ, ਪਰ ਉਹਨੂੰ ਪਾਵਰ ਕੀ ਹੈ? ਕੁਛ ਵੀ ਨਹੀਂ। ਵੱਧੋ ਵੱਧ ਕੇਸ ਹੀ ਕਰੋ ਕੋਰਟ 'ਚ, ਕਰ ਲਓ। ਅੱਛਾ, ਇੱਕ ਇਹ ਹੋ ਗਿਆ ਵੀ ਉਹ ਬੰਦਾ ਗਿਆ ਉੱਥੇ ਜਾ ਕੇ ਦੁਕਾਨ ਤੇ ਗਿਆ, ਵਟਐਵਰ ਜਿੱਥੇ ਬਿਜ਼ਨਸ ਐਸਟੈਬਲਿਸ਼ਮੈਂਟ ਤੇ ਗਿਆ, ਉੱਥੇ ਜਾ ਕੇ ਉਸਨੇ ਉਹ ਦੇਖਿਆ ਵੀ ਆਹ ਚੀਜ਼ ਦੇ ਖਰਾਬ ਲੱਗ ਰਹੀ ਆ, ਉਹਦਾ ਸੈਂਪਲ ਲਿਆ, ਦੈਨ ਕੋਰਟ ਨੂੰ ਭੇਜਤਾ, ਇੱਕ ਸੈਂਪਲ ਜਿਹੜਾ ਟੈਸਟਿੰਗ ਵਾਸਤੇ ਭੇਜਤਾ, ਦੈਨ ਅੱਗੇ ਕੀ ਪ੍ਰੋਸੀਜਰ? ਹਾਂ ਸਰ, ਉਹਦੇ ਬਾਅਦ ਕੋਈ ਕੰਪਲੇਂਟ ਫਾਈਲ ਕਰ ਦੇਵੇ। FIR ਤੇ ਉਹ ਵੀ ਨਹੀਂ ਦੇ ਸਕਦਾ, ਕੰਪਲੇਂਟ ਹੀ ਫਾਈਲ ਕਰੂਗਾ। ਕੰਪਲੇਂਟ ਫਾਈਲ ਕਰਕੇ ਮੈਂ ਜੇ ਚੱਲੀ ਜਾਓ, ਆਈ ਜਾਓ ਤੇ ਜਾਈ ਜਾਓ। ਅੱਛਾ, ਸਪੋਜ਼ ਇੱਕ ਸੈਂਪਲ ਕੋਰਟ 'ਚ ਪਿਆ, ਕੇਸ ਚੱਲ ਪਿਆ, ਬਹੁਤਾ ਜ਼ਿਆਦਾ ਟਾਈਮ ਲੱਗਦਾ ਆ। ਬਹੁਤੇ ਜ਼ਿਆਦਾ ਟਾਈਮ ਦੇ ਵਿੱਚ ਸੈਂਪਲ ਆ ਗਿਆ ਕਿ ਹਾਂਜੀ ਕਹਿ ਦਿੱਤਾ ਜੀ ਮਿਲਾਵਟ ਹੈ, ਲੈਬ ਤੋਂ ਆ ਗਿਆ, ਰਿਪੋਰਟ ਆ ਗਈ। ਮੁਲਜ਼ਮ ਨੇ ਰਾਈਟ ਹੈ ਕਿ ਜੋ ਉਹ ਦੂਜਾ ਸੈਂਪਲ ਕੋਰਟ ਨੂੰ ਦਿੱਤਾ ਹੈ, ਉਹਨੂੰ ਸੈਂਟਰਲ ਜਿਹੜੀ ਐਨਾਲਾਈਸਿਸ ਵਾਸਤੇ ਲੈਬ ਉਹਨੂੰ ਭੇਜੇ। ਸਰ ਉੱਥੇ ਕੀ ਹੁੰਦਾ? ਉਹ ਕਹਿੰਦੇ ਇੰਨਾ ਚਿਰ ਹੋ ਗਿਆ, ਸਾਲ ਹੋ ਗਿਆ, 2.5 ਸਾਲ ਹੋ ਗਏ, ਤੇ ਤੁਹਾਡੇ ਸੈਂਪਲ ਹੀ ਡਿਕੰਪੋਜ਼ ਹੋ ਗਿਆ, ਰਿਪੋਰਟ ਕਿਹੜੀ ਹੋਣੀ ਹੈ? ਪਰ ਇਹ ਚੀਜ਼ ਇੱਕ ਸੈਂਪਲ ਇੱਕੋ ਵਾਰ 'ਚ 2 ਜਗ੍ਹਾ ਤੇ ਨਹੀਂ ਭੇਜਿਆ ਜਾਂਦਾ ਹੁੰਦਾ? ਨਹੀਂ ਸਰ, ਇਸ ਤਰ੍ਹਾਂ ਨਹੀਂ ਹੁੰਦਾ। ਇਹਦੇ 'ਚ ਇੱਦਾਂ ਹੈ ਕਿ ਇੱਕ ਤਾਂ ਸਾਡੀ ਸਟੇਟ ਦੀ ਲੈਬ ਹੁੰਦੀ ਹੈ, ਇੱਥੇ ਭੇਜਦੀ ਹੈ। ਦੂਸਰਾ ਇੱਕ ਨਾ ਸੈਂਟਰ ਦੀ ਹੁੰਦੀ ਹੈ ਲੈਬ, ਉਹਨੂੰ ਭੇਜੀ ਜਾਂਦੀ। ਸੈਂਟਰਲ ਜਿਹੜੀ ਹੁੰਦੀ ਹੈ ਆਪਣਾ ਮੇਨ, ਉਹਨੂੰ ਮੁਲਜ਼ਮ ਭੇਜ ਸਕਦਾ ਹੁੰਦਾ ਹੈ। ਅਤੇ ਉਹਦੇ ਵਿੱਚ ਸਰ ਸੈਂਪਲ ਦਾ ਡਿਕੰਪੋਜ਼ ਹੋਣਾ ਬਹੁਤ ਜ਼ਿਆਦਾ ਸੰਭਾਵਨਾ ਆ। ਉਹਦੀ ਸੀਲ ਟੈਂਪਰ ਵਿਦ ਹੋਣਾ, ਇਹ ਵੀ ਬਹੁਤ ਜ਼ਿਆਦਾ ਸੰਭਾਵਨਾ ਹੋ ਜਾਂਦੀ ਹੈ। ਅਤੇ ਕੇਸ ਜਿਹੜਾ ਫਿਰ ਐਟਲਸ ਭਰੀ ਹੀ ਜਾਂਦਾ ਹੈ। ਅਤੇ ਜੇ ਬਹੁਤ ਤੀਰ ਮਾਰ ਲਈ ਕਿ 6 ਮਹੀਨੇ ਦੀ ਸਜ਼ਾ ਹੈ, ਕੀ ਫਰਕ ਪੈਂਦਾ? ਉਹ ਕਰੋੜਾਂ ਦੀ ਮਿਠਾਈਆਂ ਵੇਚ ਦਿੱਤੀਆਂ ਅਤੇ 6 ਮਹੀਨੇ ਸਜ਼ਾ। ਜੇ ਪਹਿਲੀ ਵਾਰੀ ਹੋਇਆ ਤਾਂ ਉੱਥੇ ਵੀ ਪ੍ਰੋਬੇਸ਼ਨ ਹੋ ਜਾਂਦਾ। ਕਰੋ ਗੱਲ। ਯਾਨੀ ਕਿ ਇੰਨੇ ਸਾਲ ਲਾ ਕੇ ਮੁਕੱਦਮਾ ਲੜੂਗਾ ਫੂਡ ਇੰਸਪੈਕਟਰ, ਅਤੇ ਉਹਨੂੰ ਦੇਖੋ ਕਿਆ ਉਹਨੂੰ ਰੱਸਾ ਪਿਆ ਜਿਹੜਾ ਮਿਲਾਵਟ ਕਰ ਰਿਹਾ, ਉਹ ਕੋ ਹਾਂਜੀ ਵੇਚ ਰਿਹਾ। ਸਰ ਇਹ ਤਾਂ ਉਹਦੀ ਪਾਵਰ ਹੈ। ਅੱਛਾ, ਇਹ ਦੱਸੋ ਕਿ ਇਹ ਕਾਨੂੰਨ ਦੇ ਜਾਣਕਾਰ ਹੋ, 50 ਸਾਲ ਤੋਂ ਵੱਧ ਹੋ ਗਏ ਤੁਹਾਨੂੰ ਇਹ ਵਕਾਲਤ ਕਰਦਿਆਂ, ਕੀ ਲੱਗਦਾ ਕਿ ਕਾਨੂੰਨ ਦੇ ਵਿੱਚ ਬਹੁਤ ਭਾਰੀ ਕਮੀ ਹੈ? ਸਰ ਬੜੀ ਜ਼ਬਰਦਸਤ ਕਮੀ ਹੈ, ਬਹੁਤ ਜ਼ਬਰਦਸਤ। ਆਈ ਟੈਲ ਯੂ ਵਿਲ ਸਰਪ੍ਰਾਈਜ਼ ਕਿ ਜਿਹੜਾ ਲੈਬ ਨੂੰ ਸੈਂਪਲ ਭੇਜਿਆ ਜਾਂਦਾ ਆ, ਸਿਰਫ 20 ਮਿੰਟ ਦਾ ਟੈਸਟ ਹੁੰਦਾ ਹੈ ਜਿੱਥੇ ਰਿਪੋਰਟ ਆਉਂਦੀ ਹੈ। ਉਹ ਮੋਬਾਈਲ ਐਮਰਜੈਂਸੀ ਤੁਹਾਡੀ ਵੈਨ ਬਣ ਸਕਦੀ ਹੈ, ਦੂਜੀ ਬਣ ਸਕਦੀ ਹੈ, ਲੈਬ ਨਹੀਂ ਬਣ ਸਕਦੀ। ਸਿਰਫ 20 ਮਿੰਟਸ ਕਿ ਉਹ ਸੈਂਪਲ ਨੂੰ ਟੈਸਟ ਕਰਕੇ ਰਿਪੋਰਟ ਲੈਣੀ, ਉੱਥੇ ਵੈਨ ਖੜੀ ਹੋ ਕੇ ਉਸੇ ਵਕਤ ਰਿਪੋਰਟ ਦੇ ਸਕਦੀ ਹੈ। ਇੰਸਪੈਕਟਰ ਨੂੰ ਪਾਵਰਸ ਦਿੱਤੇ ਜਾਣ ਕਿ ਜਿਤਨਾ ਮਾਲ ਪਿਆ ਇਹਨੂੰ ਡਿਸਪੋਜ਼ ਆਫ ਕਰ ਦਿੱਤਾ ਜਾਏ ਜਾਂ ਜ਼ਬਤ ਕਰ ਲਿਆ ਜਾਏ। ਕਿਉਂ? ਐਸੀ ਕਰਫਿਊ ਦੇ ਟਾਈਮ ਦੇ ਦਰਮਿਆਨ ਮਿਠਾਈ ਦਾ ਡੱਬਾ, ਬਹੁਤ ਵੱਡੀ ਕੰਪਨੀ ਸੀ ਸਰ, ਮੈਂ ਉਹਦਾ ਨਾਮ ਨਹੀਂ ਲਊਂਗਾ, ਵੀਡੀਓ ਕਿਤੇ ਦੇਖ ਲਿਓ, ਭੇਜ ਦਾਂਗੇ, ਦੇਖਿਓ। ਮਿਠਾਈ ਦਾ ਡੱਬਾ ਖੋਲ੍ਹਿਆ, ਬਹੁਤ ਵੱਡੀ ਕੰਪਨੀ ਹੈ ਸਰ, ਉਹਦੇ ਵਿੱਚ ਕੀੜੇ ਤੁਰੇ ਫਿਰਦੇ ਹੈ। ਇਹ ਸਰ ਐਡਲਟ੍ਰੇਸ਼ਨ ਨਹੀਂ ਹੈਗਾ, ਇੱਕ ਨੋਕਸ਼ੀਅਸ ਫੂਡ ਹੋ ਗਿਆ। ਉਹਦੇ ਉੱਤੇ ਦਫਾ 272 ਲੱਗਦੀ ਹੈ IPC। ਸਜ਼ਾ ਕੀ ਹੈ ਸਰ? ਨੋਕਸ਼ੀਅਸ ਫੂਡ ਹੈ ਤੁਹਾਡੇ ਸਾਹਮਣੇ। 272 ਦੇ ਵਿੱਚ ਤੁਸੀਂ ਕਹਿ ਰਹੇ ਹੋ ਵੀ ਇਹ ਸਰ ਐਡਲਟਿੰਗ ਫੂਡ ਜਾਂ ਡਰਿੰਕ ਇੰਟੈਂਡਡ ਫॉर ਸੇਲ, ਇਹ 272 ਹੈ ਸਰ। ਅਤੇ 273 ਆ ਜਾਂਦੀ ਹੈ ਸਰ ਸੈਲਿੰਗ ਐਨੀ ਫੂਡ ਡਰਿੰਕ ਐਂਡ ਡਰਿੰਕਸ ਨੋਇੰਗ ਦਾ ਸੇਮ ਟੂ ਬੀ ਨੋਕਸ਼ੀਅਸ। ਉਹ ਨੋਕਸ਼ੀਅਸ ਆ, ਪਤਾ ਹੋਣ ਦੇ ਬਾਵਜੂਦ ਵੀ ਜਿਹੜਾ ਉਸ ਨੂੰ ਵੇਚਦਾ। ਹਾਂਜੀ, ਉਹ ਨੋਕਸ਼ ਕੀੜੇ ਪਏ ਹੋਏ ਆ ਵਿੱਚ,
ਫੋਟੋ ਦਿਖਾ ਦਿੰਦੇ ਆ, ਵੀਡੀਓ ਦਿਖਾ ਦਿੰਦੇ ਆ, ਬਾਹਰੋਂ ਤੁਸੀਂ ਪੜ੍ਹੋਗੇ। ਇਹ ਕੀ ਨਾਮ ਸੀਗਾ ਕੰਪਨੀ ਦਾ? ਹਲਦੀਰਾਮ। ਸਰ ਮੈਂ ਅਵਾਇਡ ਕਰਨਾ ਚਾਹੁੰਦਾ ਸੀ, ਪਰ ਡਾਕੂਮੈਂਟਰੀ ਪ੍ਰੂਫ ਹੈ। ਇਹ ਨੋਕਸ਼ੀਅਸ ਫੂਡ ਵੇਚਿਆ ਜਾ ਰਿਹਾ, ਤੇ ਕੀ ਕਰ ਲਓਗੇ ਜੀ? ਥਾਣੇ ਜਾਓਗੇ? ਜਾਓ, FIR ਵੀ ਦਰਜ ਨਹੀਂ ਹੁੰਦੀ। ਅੱਛਾ, ਇੱਕ ਚਲੋ ਇਹ ਸਾਰੀਆਂ ਥੋੜੀ ਜਿਹੀ ਗੱਲ, ਹਾਂ ਪਲੀਜ਼। ਕਿਉਂਕਿ ਨੌਨ ਕੋਗਨੀਜੇਬਲ ਅਫੈਂਸ ਹੈ, FIR ਵੀ ਦਰਜ ਨਹੀਂ ਹੋਏਗੀ, ਨੋ ਅਰੈਸਟ। ਆ ਕੀੜੇ ਪਏ ਖਾ ਰਹੇ ਤੇ ਤਦ ਵੀ ਕੁਝ ਨਹੀਂ ਕਰ ਸਕਦੇ। ਆ ਪੁਲਿਸ ਦੀ ਪਾਵਰ ਹੈ। ਫੂਡ ਇੰਸਪੈਕਟਰ ਦੀ ਮੈਂ ਤੁਹਾਨੂੰ ਅਰਜ਼ ਕਰਤੀ ਹੈ, ਤੇ ਸਾਡੇ ਕੋਲ ਰਹਿ ਕੀ ਗਿਆ? ਸਰ ਕੋਈ ਮੇਰਾ ਗੈਸਟ ਆ ਰਿਹਾ, ਮੈਨੂੰ ਦੇ ਰਿਹਾ, ਮੈਨੂੰ ਇਹ ਨਹੀਂ ਪਤਾ ਕਿ ਇਹਦੇ ਵਿੱਚ ਪੋਇਜ਼ਨ ਹੈ। ਉਹ ਕਰਨੇ ਵਾਲਾ ਕੋਈ ਹੋ ਰਿਹਾ। ਮੇਰੀ ਤਾਂ ਇੰਟੈਂਸ਼ਨ ਵੀ ਨਹੀਂ ਕਿ ਮੈਂ ਉਹਨੂੰ ਮਾਰ ਦਵਾਂ, ਨਹੀਂ ਤਾਂ ਮੇਰੇ ਉੱਤੇ 307 ਲੱਗ ਜੇ। ਮੇਰੇ ਤੋਂ ਕੋਈ ਇੰਟੈਂਸ਼ਨ ਨਹੀਂ, ਮੇਰੇ ਤਾਂ ਗੈਸਟ ਹੈ। ਉਹ ਜਿੱਥੋਂ ਮੈਂ ਲੈ ਕੇ ਆਇਆ, ਇਹ ਰੱਬ ਜਾਣੇ ਉਹਨੇ ਕੀ ਪਾਇਆ, ਤੇ ਉਹਦੀ ਡੈਥ ਹੋ ਜਾਂਦੀ ਹੈ। ਕੀ ਕਰ ਲਾਂਗੇ? ਇਹ ਲਾ ਦੀ ਪੋਜੀਸ਼ਨ ਹੈ। ਸਾਡੇ ਨੁਮਾਇੰਦੇ ਹੈ, ਅਸੀਂ ਜਿਹਨਾਂ ਨੂੰ MLA ਬਣਾਉਂਦੇ ਆ, ਸਾਡੇ ਪਬਲਿਕ ਦੇ, ਉਹ ਪਬਲਿਕ ਸਰਵੈਂਟਸ ਨਹੀਂ ਹੈਗੇ, ਪਰ ਉਹਨਾਂ ਨੂੰ ਰਿਟਾਇਰ ਦੇ ਬਾਅਦ ਪੈਨਸ਼ਨਾਂ ਵੀ ਮਿਲਦੀਆਂ। ਜੋ 3 ਵਾਰੀ MLA ਹੋਏ ਤੇ 3 ਪੈਨਸ਼ਨਾਂ ਮਿਲਦੀਆਂ। ਉਹ ਸਾਡੇ ਰੱਬ ਤੇ ਉਹੀ ਹੈ। ਕਿਆ ਉਹਨਾਂ ਨੂੰ ਨਹੀਂ ਦੀਦਾ ਕਿ ਅਸੀਂ ਕੀ ਖਾ ਰਹੇ ਹਾਂ ਤੇ ਕਰੋ, ਤੇ ਅਸੀਂ ਤਾਂ ਕੁਝ ਨਹੀਂ ਕਰ ਸਕਦੇ। ਮੈਂ ਕੋਰਟ 'ਚ ਕੁਝ ਨਹੀਂ ਕਰ ਸਕਦਾ। ਦਿਸ ਇਜ਼ ਏ ਰੀਅਲ ਪੋਜੀਸ਼ਨ ਆਫ ਲਾਓ। ਰਾਏ ਸਾਹਿਬ, ਤੁਸੀਂ, ਮੈਂ ਤੁਹਾਡੇ ਅੰਦਰ ਦੀ ਭਾਵਨਾ ਜਿਹੜੀ ਉਹ ਸਮਝ ਸਕਦਾ ਹੈਗਾ, ਪਰ ਇੱਕ ਗੱਲ ਇਹ ਦੱਸੋ ਕਿ 1954 ਦੇ ਵਿੱਚ ਇਹ ਕਾਨੂੰਨ ਬਣਿਆ, ਕਿ ਉਸ ਤੋਂ ਬਾਅਦ ਕੋਈ ਸੋਧ ਨਹੀਂ ਹੋਈ ਇਹਦੇ ਵਿੱਚ? ਸਰ ਸੋਧ ਸਿਰਫ ਇੰਨੀ ਹੈ ਕਿ ਸੈਕਸ਼ਨ 272 ਦੇ ਬਾਰੇ ਜਿਹੜੀ ਮੈਂ ਅਰਜ਼ ਕੀਤੀ ਹੈ, UP ਐਂਡ ਵਨ ਥਿੰਗ ਮੋਰ, ਵਨ ਇਜ਼ UP ਐਂਡ ਅਨਦਰ ਇਜ਼ ਉੜੀਸਾ। ਇੱਥੇ ਸਰ ਇਹਨਾਂ ਨੇ ਲਾਈਫ ਇੰਪ੍ਰਿਜ਼ਨਮੈਂਟ ਕੀਤਾ ਹੈ, ਕੋਗਨੀਜੇਬਲ ਅਫੈਂਸ ਬਣਾਇਆ ਆਇਆ। ਪੰਜਾਬ 'ਚ ਨਹੀਂ। ਜੇ ਇਹਨਾਂ 2 ਸਟੇਟਾਂ ਦੀ ਗੱਲ ਕਰੀਏ, ਤੇ ਸਰ 2 ਸਟੇਟਾਂ ਦੇ ਬਾਰੇ ਤੇ ਪੋਲੀਟੀਕਲ ਤੁਸੀਂ ਵੀ ਜਾਣਦੇ ਆ, ਸਾਰੇ ਹੀ ਜਾਣਦੇ ਆ ਕਿ ਕਿਹੜੀਆਂ FIR ਦਰਜ ਹੋਈਆਂ ਤੇ ਕਿਹੜਾ ਕਰ ਸਕਦਾ ਹੈ, ਤੇ ਉੱਥੇ ਕੀ ਹੁੰਦਾ। ਇਹਦਾ ਹਾਲ ਹੈ UP ਦਾ। ਯਾਨੀ ਕਿ ਤੁਸੀਂ ਇਹ ਕਹਿ ਰਹੇ ਹੋ ਵੀ UP ਤੇ ਉੜੀਸਾ ਦੇ ਵਿੱਚ, ਇਹਦੇ ਵਿੱਚ ਜਿਹੜਾ ਕੋਈ ਫੂਡ ਅਡਲਟ੍ਰੇਸ਼ਨ, ਮਿਲਾਵਟਖੋਰੀ ਕਰੇਗਾ, ਉਹਨੂੰ ਉਮਰ ਕੈਦ ਦੀ ਸਜ਼ਾ। ਪਰ ਕੋਗਨੀਜੇਬਲ ਅਫੈਂਸ ਹੈ, ਪੁਲਿਸ ਵਾਲੇ ਪਰਚਾ ਦਰਜ ਕਰ ਸਕਦੇ ਨੇ, ਉਹਦੇ ਤੇ ਡਾਇਰੈਕਟ ਪਕੜ ਕੇ ਕਾਰਵਾਈ ਕਰ ਸਕਦੇ ਨੇ। ਕਿਸੇ ਵੀ ਉਹਨਾਂ ਨੂੰ ਦਿਖਦਾ ਤਾਂ ਆਪ ਜਾ ਕੇ ਉਹਦੇ ਤੇ ਕਾਰਵਾਈ ਕਰ ਸਕਦੇ ਨੇ। ਫੂਡ ਇੰਸਪੈਕਟਰ ਦੀ ਲੋੜ ਨਹੀਂ ਹੈ ਉੱਥੇ। ਦੇਖ ਸਰ, IPC ਦੀ ਗੱਲ ਕਰ ਰਿਹਾ, IPC ਦੀ। ਪਰ ਸਵਾਲ ਇਹ ਹੈ ਕਿ ਮੈਂ ਉਸੇ ਸਟੇਟ ਦੀ ਗੱਲ ਕਰਦਾ ਜਿੱਥੇ ਦੁਬਈ ਵਰਗੇ ਤਾਂ ਐਨਕਾਊਂਟਰ ਸ਼ੋਅ ਕਰ ਦਿੰਦੇ ਆ ਕਿ ਇਹਦੀ ਹਿੰਮਤ ਹੈਗੀ ਕਿ FIR ਦੇ ਦੂਗਾ ਜੀ ਉਮਰ ਕੈਦ ਦੀ। ਆਈ ਐਮ ਸੌਰੀ ਟੂ ਸੇ ਦਿਸ ਥਿੰਗ। ਇਹ ਪੋਜੀਸ਼ਨ ਹੈ ਉਸ ਸਟੇਟ ਦੀ ਕਿ ਐਡੇ ਵੱਡੇ ਕਰੋੜਾਂ ਦੇ ਮਾਲਕ ਜਿਹੜੇ ਮਿਲਾਵਟ ਦੀ ਚੀਜ਼ ਵੇਚ ਰਹੇ ਆ, FIR ਦੇ ਕੇ ਦਿਖਾ ਪੁੱਤਾ। ਅੱਛਾ, ਇਹ ਕਿ ਤੁਹਾਨੂੰ ਨਹੀਂ ਲੱਗਦਾ ਕਿ ਇਹ ਨਸਲਕੁਸ਼ੀ ਕੀਤੀ ਜਾ ਰਹੀ ਹੈ ਮਿਲਾਵਟ ਦੇ ਨਾਲ? ਸਰ ਬਿਲਕੁਲ, ਮੈਂ ਬਿਲਕੁਲ ਵਰਡ ਯੂਜ਼ ਕਰ ਰਿਹਾ, ਅਟੈਂਪਟ ਵਰਡ ਯੂਜ਼ ਕਰ ਲਓ। ਜਿਹੜੀ ਤੁਸੀਂ ਗੱਲ ਕੀਤੀ ਇੰਗਲਿਸ਼ 'ਚ ਇਹਨੂੰ ਜੀਨੋਸਿਜ਼ਮ ਕਹਿੰਦੇ ਆ, ਕਿ ਕੋਈ ਐਸਾ ਕੰਮ ਕਰਨਾ ਜਿਹਦੇ 'ਚ ਬਹੁਤ ਬੜੀ ਤਾਦਾਦ ਦੇ ਲੋਕ ਮਰ ਜਾਣ। ਜਿਸ ਤਰ੍ਹਾਂ ਹਿਟਲਰ ਦੇ ਟਾਈਮ ਦੇ ਉੱਤੇ ਕੰਮ ਹੋਇਆ ਸੀਗਾ ਕਿ ਬੜੇ ਓਵਨ ਸੇ ਵੀ ਜ਼ਿੰਦਾ ਲੋਕਾਂ ਨੂੰ ਬਾੜ ਦਿੱਤਾ ਜਾਂਦਾ ਸੀਗਾ, ਇੱਕ ਜਗ੍ਹਾ ਅੱਗ ਲਗਾ ਕੇ ਕਿ ਗੈਸ ਤੇ ਧੂੰਏ ਨਾਲ ਮਰ ਜਾਣ, ਫਿਰ ਉਹਨਾਂ ਲਾਸ਼ਾਂ ਡਿਸਪੋਜ਼ ਆਫ ਕਰ ਦਿੱਤੇ ਜਾਂਦਾ ਸੀ ਕਿਉਂਕਿ ਯਹੂਦੀ ਸੀ। ਇਹਨੂੰ ਜੀਨੋਸਿਜ਼ਮ ਕਹਿੰਦੇ ਆ। ਸਰ ਇਹ ਅਟੈਂਪਟ ਟੂ ਜੀਨੋਸਿਜ਼ਮ ਹੈ। ਕੀ ਇਹਦੇ ਤੇ ਵੀ ਕੋਈ ਲਾਅ ਹੋਇਆ ਜੀਨੋਸਿਜ਼ਮ? ਨਹੀਂ ਸਰ, ਕੀ ਬਾਤ ਹੈ। ਉਹ ਆਹ ਤੇ ਲਾਅ ਬਣਿਆ ਨਹੀਂ ਤੇ ਜੀਨੋਸਿਜ਼ਮ ਤੇ ਲਾਅ ਬਣਾ ਦੋਗੇ यार। सर क्या मजाक कर रहे हैं, पब्लिक का मजाक, और आप इतने तकड़े जर्नलिस्ट हो के। आई एम सॉरी सर टू से। मैं असल ਦੇ ਵਿੱਚ ਕਾਨੂੰਨ ਦੇ आप पब्लिक की आवाज़ है। ਮੈਂ ਕਾਨੂੰਨ ਦੇ ਅੰਦਰੋਂ ਉਹ ਚੀਜ਼ ਕੱਢ ਕੇ ਲਿਆਉਣਾ ਚਾਹੁੰਦਾ ਜਿਹੜੇ ਦਰਸ਼ਕਾਂ ਤੱਕ ਪਹੁੰਚੇ, ਤਾਂ ਕਿ ਉਹ ਦਿਮਾਗ ਜਿਹੜੇ ਨੇ ਉਹ ਸੋਚਣ ਨੂੰ ਮਜਬੂਰ ਹੋਣ ਕਿ ਸਾਡਾ ਲਾਅ ਕੀ ਕਹਿ ਰਿਹਾ ਹੈ ਤੇ ਵਕੀਲ ਸਾਹਿਬ ਉਹਦਾ ਕੀ ਜਵਾਬ ਦੇ ਰਹੇ ਨੇ। ਅਸਲ ਦੇ ਵਿੱਚ ਵਕੀਲ ਸਾਹਿਬ ਇਸ ਦੇ ਜਾਣਕਾਰ ਨੇ, ਤੇ ਇਹ ਜਾਣਕਾਰੀ ਜਦੋਂ ਤੱਕ ਇਹਨਾਂ ਤੋਂ ਨਹੀਂ ਕੱਢ ਕੇ ਲਿਆਵਾਂਗੇ ਤੁਹਾਡੇ ਤੱਕ ਨਹੀਂ ਪਹੁੰਚ ਸਕਦੀ। ਵਕੀਲ ਸਾਹਿਬ, ਮੈਂ ਇਹ ਜਾਣਨਾ ਚਾਹੁੰਦਾ, ਮੈਂ ਇਹ ਪਬਲਿਕ ਦੇ ਹਿੱਤ ਦੀ ਗੱਲ ਕਰਨਾ ਚਾਹੁੰਦਾ ਕਿ ਕੀ ਇਸ ਕਾਨੂੰਨ ਨੂੰ ਬਦਲੇ ਜਾਣ ਦੀ ਲੋੜ ਹੈ? सर डेफिनेटली है, डेफिनेटली है। और बदलने में कोई ज़्यादा इसमें वो संविधान पे सॉरी कि लॉ में ऐसी कोई कि बहुत कुछ करना पड़ेगा। अरे थोड़ा सा ही चेंज करना है। अभी मैंने अर्ज़ किया है कि लैब की वैन जो सी सामने आ सकती है, सिर्फ 20 मिनट में रिजल्ट होगा। अरे पनिशमेंट सिर्फ 6 महीने है। FIR के लिए इसमें प्रोविज़न बनाइए, कॉग्निजेबल बनाइए। आजकल वीडियो का ज़माना है, किसी गवाह की ज़रूरत नहीं कि गवाह बैठ जाएगा। अरे बनाइए फिल्म। सेक्शन 65B एविडेंस एक्ट में एडमिसिबल है, कोर्ट को और किसी एविडेंस की ज़रूरत नहीं होती। क्या ये होता नहीं है? हो सकता है, करेगा कौन? पर एक गल दसो राय साहब,
ਬੜੀਆਂ ਚੀਜ਼ਾਂ ਐਸੀਆਂ ਸੀਗੀਆਂ ਜਿਨ੍ਹਾਂ ਦੇ ਉੱਤੇ ਅਦਾਲਤਾਂ ਨੇ, ਸੁਪਰੀਮ ਕੋਰਟ ਨੇ ਪਿੱਛੇ ਜੇ ਇੱਕ ਧਾਰਾ ਜਿਹੜੀ ਸੀ ਮੇਰੇ ਖਿਆਲ ਤੇ ਕਿਹੜੀ ਅੰਡਰ ਸੈਕਸ਼ਨ 377 ਜਿਹੜੀ ਸੀ ਉਹ ਖਤਮ ਕਰ ਦਿੱਤੀ ਹੈ। ਤੇ ਕੁਝ ਧਾਰਾਵਾਂ ਐਸੀਆਂ ਵੀ ਨੇ ਜਿਹਦੇ ਤੇ ਸੁਪਰੀਮ ਕੋਰਟ ਨੇ ਇਹ ਰਿਕਮੈਂਡ ਵੀ ਕੀਤਾ ਕਿ ਇਹ ਧਾਰਾਵਾਂ ਜਿਹੜੀਆਂ ਇਹਦੇ 'ਚ ਸਜ਼ਾ ਘੱਟ ਹੈ ਜਾਂ ਇਹਦੇ 'ਚ ਸਜ਼ਾ ਵੱਧ ਹੈ ਜਾਂ ਕੁਝ ਵੀ ਹੈ, ਉਹਦੇ ਤੇ ਆਪਣੀਆਂ ਟਿੱਪਣੀਆਂ ਕੀਤੀਆਂ ਨੇ। ਕਿ ਇਸ ਲੈਵਲ ਦੇ ਉੱਤੇ ਵੱਡੀਆਂ ਅਦਾਲਤਾਂ ਨੇ ਇਸ ਮਾਮਲੇ ਦੇ ਉੱਤੇ ਕਦੇ ਕੋਈ ਟਿੱਪਣੀ ਨਹੀਂ ਕੀਤੀ? ਸਰ, ਜੋ ਸਾਡੇ ਆਨਰੇਬਲ ਕੋਰਟਸ ਹੈਗੇ ਹੈ, ਵੱਡੇ ਸਾਡੇ ਅਪੈਕਸ ਕੋਰਟ ਹੈਗੇ ਆ, ਸੈਲੂਟ ਕਰਦਾ ਉਹਨਾਂ ਨੇ ਸਰ ਸੈਕਸ਼ਨ 377 ਜਿਸ ਤਰ੍ਹਾਂ ਹੈਗਾ ਆ ਅਨਨੈਚੁਰਲ ਸੈਕਸ਼ੂਅਲ ਉਹ ਜਾਂ ਐਡਲਟਰੀ ਹੈ, ਇਸ ਦੇ ਕੁਝ ਸੈਕਸ਼ਨਸ ਜਿਹੜੇ ਆ ਉਹਨਾਂ ਨੂੰ ਡੀਕ੍ਰਿਮੀਨਲਾਈਜ਼ ਤੇ ਕਰ ਦਿੱਤਾ ਆ ਕਿ ਹਿੰਦੁਸਤਾਨ ਦੇ ਸੰਵਿਧਾਨ ਦੇ ਜੋ ਰਾਈਟਸ ਹੈਗੇ ਆ, ਹਾਂਜੀ ਇਹਦੇ ਇਲਾਵਾ ਹੋਰ ਦਫਾਵਾਂ ਵੀ ਹੈ ਕਿ ਉਹਨੂੰ ਡੀਕ੍ਰਿਮੀਨਲਾਈਜ਼ ਤੇ ਕਰ ਦਿੱਤਾ। ਲੇਕਿਨ ਅਗਰ ਉਸ ਨੂੰ ਡਿਲੀਟ ਕਰਨਾ ਹੋਵੇ ਉਹ ਤਾਂ ਇਕੱਲਾ ਪਾਰਲੀਮੈਂਟ ਕਰ ਸਕਦਾ ਹੈ, ਈਵਨ ਸੁਪਰੀਮ ਕੋਰਟ ਨਹੀਂ ਕਰ ਸਕਦੀ, ਡੀਕ੍ਰਿਮੀਨਲਾਈਜ਼ ਕਰ ਸਕਦੀ ਹੈ। ਕਿ ਬਦੋਬਾ ਜੇ ਤੁਸੀਂ ਆ ਫਿਰ ਕਿਤੇ ਲਿਖਾ ਵੀ ਦਿਓ ਤੇ ਕਹਿੰਦੇ ਦੈਟਸ ਡੀਕ੍ਰਿਮੀਨਲਾਈਜ਼ ਹੈ ਜੀ, ਨਾਟ ਮੇਨਟੇਨੇਬਲ। ਲੇਕਿਨ ਇਸ ਤੋਂ ਬਾਅਦ ਕੋਰਟ ਨਹੀਂ ਕਰ ਸਕਦੀ, ਯਾਨੀ ਕਿ ਅਮੈਂਡਮੈਂਟ ਨਹੀਂ ਕਰ ਸਕਦੀ, ਅਮੈਂਡਮੈਂਟ ਨੂੰ ਰਿਕਮੈਂਡ ਕਰ ਸਕਦੀ ਹੈ। ਮੈਂ ਉਹੀ ਪੁੱਛ ਰਿਹਾ, ਰਿਕਮੈਂਡੇਸ਼ਨ ਕਿਤੇ ਕੀਤੀ ਹੈ? ਹਾਂਜੀ, ਰਿਕਮੈਂਡ ਸਰ ਬਿਲਕੁਲ ਕਈ ਕੀਤੀਆਂ ਹੋਈਆਂ। ਅੱਜ ਹੁਣੇ ਦੱਸੀਆਂ ਕਿ ਇੰਨੀ ਦਫਾ ਨੂੰ ਜਿਹੜਾ ਡੀਕ੍ਰਿਮੀਨਲਾਈਜ਼ ਕੀਤਾ ਬਕਾਇਦਾ ਰਿਕਮੈਂਡ ਹੈ। ਹੁਣ ਗੌਰਮੈਂਟ ਜਿਹੜਾ ਉਹਦੇ 'ਤੇ ਚੇਂਜ ਲਿਆਵੇ। ਕੀ ਲੱਗਦਾ ਕਿ ਇਹਦੇ 'ਚ ਪੋਲੀਟੀਕਲ ਜਿਹੜੀ ਹੈ ਸੋਚ ਹੈ ਉਹ ਪਿੱਛੇ ਕੰਮ ਕਰਦੀ ਹੈ ਕਿ ਪਬਲਿਕ ਨੂੰ ਜੇਕਰ ਇਸ ਤਰ੍ਹਾਂ ਕੀਤਾ ਵਪਾਰੀ ਵਰਗ ਸਾਡੇ ਖਿਲਾਫ ਹੋ ਜਾਏਗਾ, ਸਾਡੀਆਂ ਵੋਟਾਂ ਖਰਾਬ ਹੋ ਜਾਣਗੀਆਂ, ਕੁਝ ਇਸ ਤਰ੍ਹਾਂ ਦੀ ਵੀ ਸੋਚ ਹੋ ਸਕਦੀ ਹੈ? ਸਰ ਕੁਛ ਨਹੀਂ, ਸਾਰੀ ਹੀ ਹੈ, ਲੇਕਿਨ ਸਾਡੀਆਂ ਸਿਰਫ ਕੋਰਟਾਂ ਹੀ ਹੈ ਸਰ, ਕਿ ਸਾਡੀ ਆਨਰੇਬਲ ਸੁਪਰੀਮ ਕੋਰਟ ਜਾਂ ਸਾਡੀ ਕੋਰਟ ਜਿਹੜੇ ਸਾਰੇ ਅਸੀਂ ਜਨਤਾ ਬੈਠੇ ਹੈ ਕਿ ਸਾਡੇ ਰਾਈਟਸ ਇਤਨੇ ਮਹਿਫੂਜ਼ ਆ ਕਿ ਸਾਨੂੰ ਕੋਰਟ ਤੋਂ ਹੀ ਉਮੀਦ ਹੈ। ਤੇ ਮੈਂ ਤਾਂ ਇਹ ਕਹੂੰਗਾ ਕਿ ਕੋਰਟਸ ਦੀ ਮਿਹਰਬਾਨੀ ਨਾਲ ਅਸੀਂ ਜਿੰਦਾ ਆ। ਮੈਨੂੰ ਮਿਲਾ ਕੇ ਸਾਰੀ ਪਬਲਿਕ ਜਿਹੜੀ ਤੁਸੀਂ ਆਹ ਗੱਲ ਕਹੀ ਹੈ ਕਿ ਇਹ ਹੋ ਸਕਦਾ ਹੈ ਕਿ ਇਹ ਬੜੇ ਇਹ ਲੋਕ ਕਰਨਗੇ, ਸਰ ਇਹੀ ਤਾਂ ਬੰਦੇ ਸਾਰੇ ਹੈਗੇ, ਉਹਨਾਂ ਨੂੰ ਕੀ ਜ਼ਰੂਰਤ ਹੈ ਅਮੈਂਡਮੈਂਟ ਕਰਾਉਣ ਦੀ? ਅਬ ਤੁਸੀਂ ਮਿਠਾਈ ਕਹਿਣਾ ਬੜੀ ਛੋਟੀ ਗੱਲ ਹੈ ਸਰ, ਕਰੋੜਾਂ ਰੁਪਏ ਦੀ ਇੱਕ ਪਾਰਟੀ ਬੈਠੀ ਹੈ ਜਿਹੜੀ ਮਿਠਾਈ ਦਾ ਬਿਜ਼ਨਸ ਕਰ ਰਹੀ ਹੈ। ਗੌਰਮੈਂਟ ਇਹਨਾਂ ਤੋਂ ਬਣਦੀ ਹੈ ਤੇ ਗੌਰਮੈਂਟ ਕਿੱਦਾਂ ਇਹਨਾਂ ਨੂੰ ਹਟਾ ਦੂਗੀ? ਲਾ ਚੇਂਜ ਕਰਾ ਕੇ ਮਰਨਾ ਭੁੱਖੇ ਉਹਨਾਂ ਨੇ, ਭੁੱਖੇ ਤੇ ਮਰਦੇ, ਢਿੱਡ ਹੀ ਨਹੀਂ ਭਰਦੇ ਇਹਨਾਂ ਦੇ। ਸਾਰਾ ਹਿੰਦੁਸਤਾਨ ਦਾ ਰੁਪਈਆ ਵੀ ਖਾ ਲਿਆ ਤਦ ਵੀ ਨਹੀਂ ਢਿੱਡ ਭਰਦੇ, ਸਾਰੇ ਬੈਂਕ ਬੰਦ ਕਰਾਤੇ ਤਦ ਵੀ ਨਹੀਂ ਭਰਦੇ। ਇਹ ਗੌਰਮੈਂਟ ਹੈ। ਬਹੁਤ ਬਹੁਤ ਧੰਨਵਾਦ ਜੀ ਰਾਏ ਸਾਹਿਬ, ਤੁਹਾਡਾ ਹਕੀਕਤ ਟੀਵੀ ਪੰਜਾਬੀ ਨਾਲ ਗੱਲਬਾਤ ਕਰਨ। ਥੈਂਕ ਯੂ ਵੈਰੀ ਮਚ ਸਰ। ਸੋ ਅੰਤ ਦੇ ਵਿੱਚ ਇਹੀ ਕਿਹਾ ਜਾ ਸਕਦਾ ਹੈ, ਸੁਰਜੀਤ ਪਾਤਰ ਹੋਣਾ ਦਾ ਇੱਕ ਸ਼ੇਰ ਯਾਦ ਆਉਂਦਾ ਹੈ ਕਿ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ, ਫੈਸਲੇ ਸੁਣਦਿਆਂ ਸੁੱਕ ਗਏ, ਆਖੋ ਇਹਨਾਂ ਨੂੰ ਉਜੜੇ ਘਰੀ ਜਾਣ ਹੁਣ, ਇਹ ਕਦੋਂ ਤੱਕ ਇੱਥੇ ਖੜੇ ਰਹਿਣਗੇ। ਯਾਨੀ ਕਿ ਇਹੋ ਜਿਹੇ ਕੇਸਾਂ ਵਾਸਤੇ ਖਾਸ ਕਰਕੇ ਕਿਹਾ ਜਾ ਸਕਦਾ ਕਿ ਇਹੋ ਜਿਹੇ ਕੇਸਾਂ ਦੇ ਵਿੱਚ ਬੰਦੇ ਅਦਾਲਤਾਂ 'ਚ ਖੜੇ ਬਿਰਖ ਯਾਨੀ ਦਰਖਤ ਬਣ ਜਾਂਦੇ ਨੇ, ਉਹਨਾਂ ਦਾ ਕੁਝ ਨਹੀਂ ਬਣਦਾ। ਉਹਨਾਂ ਨੂੰ ਇਹ ਕਿਹਾ ਜਾਂਦਾ ਵੀ ਤੁਸੀਂ ਘਰੇ ਚਲੇ ਜਾਓ, ਇੱਥੇ ਤੁਹਾਡੇ ਲਈ ਇਨਸਾਫ ਨਹੀਂ ਹੈ। ਇਹੋ ਜਿਹੇ ਕੇਸਾਂ ਵਾਸਤੇ ਖਾਸ ਕਰ ਜਿਹੜੀਆਂ ਇਹ ਸਤਰਾਂ ਜਿਹੜੀਆਂ ਨੇ ਉਹ ਲਿਖੀਆਂ ਗਈਆਂ, ਕਿਉਂਕਿ ਇਹਨਾਂ ਕੇਸਾਂ ਦੇ ਵਿੱਚ ਇਨਸਾਫ ਨਹੀਂ ਮਿਲਦਾ। ਰਾਏ ਸਾਹਿਬ ਦਾ ਇਹ ਕਹਿਣਾ ਕਿ ਇਹ ਕੇਸ ਜਿਹੜੇ ਨੇ ਅਦਾਲਤਾਂ ਵਿੱਚ ਜਾਂਦੇ ਨੇ, ਸੈਂਪਲ ਜਿਹੜੇ ਨੇ ਉੱਥੇ ਉਹ ਖਰਾਬ ਹੋ ਜਾਂਦੇ ਨੇ। ਉਹਨਾਂ ਸੈਂਪਲਾਂ ਨੂੰ ਹੀ ਕਿਹਾ ਜਾਂਦਾ ਹੈ ਕਿ ਤੁਸੀਂ ਇਹਨਾਂ ਨੂੰ ਸੈਂਪਲਾਂ ਨੂੰ ਜਿਹੜਾ ਸੈਂਟਰਲ ਦੀਆਂ ਲੈਬੋਰਟਰੀਜ਼ ਨੂੰ ਭੇਜਿਆ ਜਾਵੇ, ਪਰ ਉੱਥੇ ਉਹ ਸੈਂਪਲ ਜਿਹੜੇ ਨੇ ਖਰਾਬ ਹੋ ਜਾਂਦੇ ਨੇ। ਇਹਦਾ ਕੋਈ ਵੀ ਹੱਲ ਜਿਹੜਾ ਉਹ ਕਿਸੇ ਪਾਸੇ ਨਜ਼ਰ ਨਹੀਂ ਆ ਰਿਹਾ। ਇੱਕੋ ਚੀਜ਼ ਜਿਹੜੀ ਹੈ ਉਹ ਸਿਰਫ ਹੈਗੀ ਹੈ ਕਿ ਇਸ ਦੇ ਕਾਨੂੰਨ ਦੇ ਵਿੱਚ ਬਦਲਾਅ ਕੀਤਾ ਜਾਵੇ, ਅਤੇ ਜਿਹੜਾ ਕਾਨੂੰਨ ਦੇ ਵਿੱਚ ਬਦਲਾਅ ਕਰਨ ਵਾਲੇ ਰੋਕ ਨੇ ਉਹ ਵੋਟਾਂ ਦੇ ਪਿੱਛੇ ਜਿਹੜੇ ਨੇ ਉਹ ਸਾਰਾ ਸਿਸਟਮ ਹੈਗਾ, ਉਹ ਕਿਸੇ ਕੋਲੋਂ ਲੁਕਿਆ ਨਹੀਂ ਕਿ ਵੋਟਾਂ ਲਈ ਜਿਹੜਾ ਉਹ ਕੀ ਹੋ ਰਿਹਾ, ਕਿਵੇਂ ਹੋ ਰਿਹਾ। ਸੋ ਤਿਉਹਾਰਾਂ ਦਾ ਸੀਜ਼ਨ ਆ ਰਿਹਾ, ਮਠਿਆਈਆਂ ਵੀ ਨੇ, ਹੋਰ ਵੀ ਚੀਜ਼ਾਂ ਨੇ। ਆਪਣੀ ਸਿਹਤ ਦਾ ਤੁਸੀਂ ਆਪ ਧਿਆਨ ਰੱਖਣਾ ਹੈ। ਕਾਨੂੰਨ ਹਾਲੇ ਇਸ ਦੇ ਵਿੱਚ ਕਮਜ਼ੋਰ ਹੈ, ਰਾਏ ਸਾਹਿਬ ਹੁਣੇ ਦੱਸ ਕੇ ਹਟੇ ਨੇ, ਅਤੇ ਇਸ ਦੇ ਵਿੱਚ ਬਚਾਅ ਆਪਣਾ ਆਪ ਕਰਨਾ ਹੈ। ਸੋ ਇਹ ਗੱਲਬਾਤ ਤੁਹਾਨੂੰ ਕਿਵੇਂ ਲੱਗੀ? ਆਪਣੀ ਰਾਏ ਸਾਨੂੰ ਸਾਡੇ ਕਮੈਂਟ ਬਾਕਸ 'ਚ ਜ਼ਰੂਰ ਦੇਣਾ। ਉਦੋਂ ਤੱਕ ਮੈਨੂੰ ਦਿਓ ਇਜਾਜ਼ਤ। ਧੰਨਵਾਦ।